ਜਸਟਿਨ ਟਰੂਡੋ ਦਾ ਜਿਹੜਾ ਸਿਆਸੀ ਮੁਖਾਲਫ ਹੈ, ਸਿਆਸੀ ਵਿਰੋਧੀ ਹੈ, ਉਸ ਦਾ ਡਿਪਲੋਮੈਟਿਕ ਵੀਜ਼ਾ ਜਿਹੜਾ 41 ਵੀਜ਼ਿਆਂ ਦੇ ਵਿੱਚ ਕੈਂਸਲ ਕੀਤਾ ਗਿਆ ਸੀ, ਉਹਨੂੰ ਉਹਨਾਂ ਨੇ ਬਹਾਲ ਕਰ ਦਿੱਤਾ। Saskatchewan has announced that Indian government has formally approved full diplomatic accreditation for province managing director of India office। ਇਸ ਹੱਦ ਤੱਕ ਪਹੁੰਚ ਗਏ ਨੇ ਕਿ ਸੈਸਕੈਚੁਆਨ ਨੂੰ ਇੱਕ ਅੱਡ ਦੇਸ਼ ਵਾਂਗ ਕਿ ਬਈ ਬਾਕੀ 39 ਦੇ ਵੀਜ਼ੇ ਅਸੀਂ ਰੀਸਟੋਰ ਨਹੀਂ ਕਰਨੇ, ਸੈਸਕੈਚੁਆਨ ਦੇ ਕਰਨੇ ਨੇ। ਸੋ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ ਕਿ ਕਿਸ ਕਿਸਮ ਦੀ ਡਰਟੀ ਗੇਮ ਇੰਡੀਅਨਸ ਖੇਡ ਰਹੇ ਨੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੇ ਕੈਨੇਡੀਅਨ ਸਿਆਸੀ ਸਿਸਟਮ ਵਿੱਚ ਗੰਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ ਔਰ ਕੈਨੇਡਾ ਦੇ ਸਸਕੈਚੁਅਨ ਸੂਬੇ ਦੇ ਮੈਨੇਜਿੰਗ ਡਾਇਰੈਕਟਰ ਦਾ ਡਿਪਲੋਮੈਟਿਕ ਵੀਜ਼ਾ ਮੋਡ ਬਹਾਲ ਕਰ ਦਿੱਤਾ ਗਿਆ ਹੈ। ਯਾਦ ਰਹੇ, ਸਸਕੈਚੁਅਨ ਵਿੱਚ ਜਸਟਿਨ ਟਰੂਡੋ ਦੇ ਸਿਆਸੀ ਵਿਰੋਧੀ ਹਨ। ਭਾਰਤ ਨੇ ਇਸ ਤਰ੍ਹਾਂ ਕੈਨੇਡਾ ਦੇ ਸਿਆਸੀ ਪਿੜ ਵਿੱਚ ਵੀ ਟਰੂਡੋ ਵਿਰੋਧੀਆਂ ਨੂੰ ਥਾਪੀ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰ ਹੈ? ਦੇਖੋ, ਇਹ ਜਿਹੜੀ ਬਨਾਨਾ ਰਿਪਬਲਿਕ ਇੰਡੀਆ ਆਪਣੇ ਆਪ ਨੂੰ ਜਮਹੂਰੀਅਤ ਦੇ ਨਾਂ ਥੱਲੇ ਦੁਨੀਆ ਦੇ ਵਿੱਚ ਇਸ ਦੇ ਹਾਕਮ ਵੇਚਦੇ ਰਹੇ, ਇਹਨਾਂ ਦਾ ਐਂਡ ਹੈ। ਸਵਾਲੀਆ ਨਿਸ਼ਾਨ ਇਹਨਾਂ ਦੀ ਹੋਂਦ 'ਤੇ ਔਰ ਇਸ ਵੇਲੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਲਈ ਇੰਟਰਨੈਸ਼ਨਲੀ ਇਹ ਐਕਸਪੋਜ਼ ਹੋਏ ਨੇ। ਬਹੁਤ ਜਲਦੀ ਇੰਟਰਨੈਸ਼ਨਲ ਲਾਅ ਦੇ ਥੱਲੇ ਕੈਨੇਡਾ ਇਹਨਾਂ ਨੂੰ ਇੰਟਰਨੈਸ਼ਨਲ ਕੋਰਟ ਦੇ ਵਿੱਚ ਵੀ ਲੈ ਕੇ ਜਾਏਗਾ ਅਲਟੀਮੇਟਲੀ, ਕਿਉਂਕਿ ਇਹਨਾਂ ਨੇ ਨਾ ਹਰਦੀਪ ਸਿੰਘ ਨਿੱਜਰ ਮਰਡਰ ਮਾਮਲੇ 'ਚ ਕੋਆਪਰੇਟ ਕੀਤਾ ਹੈ, ਰਾਦਰ ਜਿਸ ਲੈਵਲ ਦਾ ਇਹਨਾਂ ਨੇ ਰਿਐਕਟ ਕੀਤਾ ਇਹਨੂੰ ਐਬਸਰਡ ਔਰ ਦੂਸਰਾ ਹੀ ਨਹੀਂ ਕਿਹਾ, ਸਗੋਂ 41 ਡਿਪਲੋਮੈਟ ਜਿਹੜੇ ਕੈਨੇਡਾ ਦੇ ਸੀ ਉਹਨਾਂ ਨੂੰ ਮੁਲਕ ਛੱਡਣ ਦਾ ਹੁਕਮ ਦਿੱਤਾ, ਜਿਹੜੇ ਇੰਡੀਆ 'ਚ ਸੀ ਉਹਨਾਂ ਦੇ ਅੱਗੋਂ 39-40 ਡਿਪੈਂਡੈਂਟਸ ਨੂੰ ਵੀ ਕੱਢਿਆ। ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਸਾਰੇ 'ਚ ਕਿਉਂਕਿ ਕੈਨੇਡੀਅਨ ਗੌਰਮੈਂਟ ਐਜ਼ ਪਰ ਲਾਅ ਜਿਹੜੀ ਹੈ ਉਹ ਕੋਰਟ ਦੇ ਵਿੱਚ ਉਹਨਾਂ ਨੇ ਤਿੰਨੋਂ ਹੀ ਸਸਪੈਕਟ ਜਿਹੜੇ ਨੇ ਉਹਨਾਂ ਦੀ ਪਹਿਲੀ ਪੇਸ਼ੀ ਵੀ ਹੋ ਗਈ ਹੈ। ਔਰ ਜਿਵੇਂ ਉਹਨਾਂ ਦੀ ਫੋਰਨ ਮਿਨਿਸਟਰ ਮੈਲਨੀ ਨੇ ਅਗੇਨ ਪਾਰਲੀਮੈਂਟ ਹਿੱਲ 'ਤੇ ਕਿਹਾ ਕਿ ਅਸੀਂ ਆਪਣੀ ਇਸ ਸਟੇਟਮੈਂਟ 'ਚ ਸਟੈਂਡ 'ਤੇ ਕਾਇਮ ਹੈ ਕਿ ਇੰਡੀਅਨ ਏਜੰਟਸ ਇਹ ਸਾਰੇ ਦੇ ਬਿਹਾਈਂਡ ਨੇ। ਔਰ ਜ਼ਾਹਰ ਹੈ RCMP ਨੇ ਬੜੀ ਮੈਥੋਡਿਕਲੀ ਔਰ ਮੈਟੀਕੂਲਸਲੀ ਉਹ ਸਾਰੀ ਜਿਹੜੀ ਐਵੀਡੈਂਸ ਉਹ ਜੁਟਾਈ ਹੋਏਗੀ, ਜਿਹੜੀ ਕੋਰਟ ਦੇ ਸਾਹਮਣੇ ਆਏਗੀ। ਹੁਣ ਜਿਹੜੀ ਭਾਰਤ ਦੀ ਗੰਦੀ ਖੇਡ ਵਿਦਨ ਦਾ ਸਿਸਟਮ ਹੈ ਦੋ ਤਰੀਕੇ ਨਾਲ, ਹੁਣ ਕਿਉਂਕਿ ਇੰਟਰਨੈਸ਼ਨਲੀ ਆਸਟ੍ਰੇਲੀਆ 'ਚ ਵੀ ਕੁਦਰਤੀ ਜਦੋਂ ਵਾਸ਼ਿੰਗਟਨ ਪੋਸਟ ਦੀ ਸਟੋਰੀ ਆਈ ਤੇ ਨੈਸਟ ਆਫ ਸਪਾਈਸ ਦਾ ਜ਼ਿਕਰ ਹੋਇਆ ਔਰ ਇਹ ਵੀ ਆਇਆ ਕਿ 2020 'ਚ ਤਾਂ ਰਾਹ ਦੇ 2 ਅਫੀਸ਼ੀਅਲ ਇੱਥੋਂ ਕੱਢ ਦਿੱਤੇ ਸੀ। ਸੋ ਇਸ ਵੇਲੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਿਹੜੇ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਰੋਲ ਜਦੋਂ ਸਾਹਮਣੇ ਆਇਆ ਤਾਂ ਹੁਣ ਇੱਕ ਪਾਸੇ ਤਾਂ ਅਸੀਂ ਦੇਖਦੇ ਹਾਂ ਕਿ ਵੀ ਇਹ ਜਦੋਂ ਕਿਸੇ ਦਾ ਕਰਪਸ਼ਨ ਦਾ ਕਿਸੇ 'ਤੇ ਦੋਸ਼ ਲੱਗੇ ਤਾਂ ਉਹ ਹੁੰਦਾ ਕਿ ਜੀ ਉਹ ਤਾਂ ਉਸ ਸ਼ਹਿਰ ਦਾ ਸਭ ਤੋਂ ਵੱਡਾ ਮੰਦਰ ਬਣਵਾ ਰਿਹਾ, ਇੰਨਾ ਵੱਡਾ ਭਗਤ ਹੈ, ਉਹ ਕਿਵੇਂ ਕਰਪਸ਼ਨ ਕਰ ਸਕਦਾ। ਹੁਣ ਇਹ ਮੈਂ ਜਦੋਂ ਖਬਰ ਦੇਖੀ ਕਿ ਇੰਡੀਆ ਕੰਟਰੀਬਿਊਟਸ $500,000 ਟੂ ਯੂਨਾਈਟਿਡ ਨੇਸ਼ਨਸ ਕਾਊਂਟਰ ਟੈਰਰਿਜ਼ਮ ਟਰਸਟ ਫੰਡ, ਕਿ ਅੱਜ ਉਹਨਾਂ ਦੀ ਜਿਹੜੀ UN ਦੇ ਵਿੱਚ ਰਿਪਰੈਜ਼ੈਂਟੇਟਿਵ ਹੈ ਰੁਚਿਰਾ ਕੰਬੋਜ, ਉਸ ਨੇ $5 ਲੱਖ ਯੂਨਾਈਟਿਡ ਨੇਸ਼ਨਸ ਦੇ ਜਿਹੜਾ ਦਹਿਸ਼ਤਗਰਦ ਵਿਰੋਧੀ ਫੰਡ ਹੈ ਉਸ ਦੇ ਵਿੱਚ ਡੋਨੇਟ ਕੀਤੇ ਨੇ ਔਰ ਉਸ ਨੇ ਅੱਜ 7 ਮਈ ਨੂੰ ਹੀ ਦਿੱਤੇ ਨੇ। ਔਰ ਉਸ ਨੇ ਇਸ ਮੌਕੇ ਦੇ ਉੱਤੇ ਕਿਹਾ ਕਿ ਜੀ ਦੇਖੋ, ਇੰਡੀਆ ਪਲੇਸਿਸ ਗ੍ਰੇਟ ਸਿਗਨੀਫਿਕੈਂਸ on the mandate and the work undertaken by United Nations Office of Counter-Terrorism in building the capacity of member states to effectively deal with the threat of terrorism। ਕਿ ਭਾਰਤ ਬਹੁਤ ਫਿਕਰਮੰਦ ਹੈ ਜਿਹੜੇ ਮੁਲਕ ਟੈਰਰਿਜ਼ਮ ਕਰਦੇ ਨੇ, ਇਸ ਲਈ ਉਸ ਟੈਰਰਿਜ਼ਮ ਨੂੰ ਰੋਕਣ ਲਈ ਜਿਹੜਾ UN ਦਾ ਕਾਊਂਟਰ ਟੈਰਰਿਜ਼ਮ ਪ੍ਰੋਗਰਾਮ ਹੈ ਉਸ ਨੂੰ ਭਾਰਤ ਬਹੁਤ ਹਮਾਇਤ ਦਿੰਦਾ ਹੈ। ਔਰ ਅਸੀਂ ਇਹ ਬੜੀ ਜਿਹੜੀ ਹੈ ਹੰਬਲ $5 ਲੱਖ ਦੀ ਕੰਟਰੀਬਿਊਸ਼ਨ ਦੇ ਰਹੇ ਕਿਉਂਕਿ ਇਹਦੇ ਨਾਲ ਸ਼ੋਅ ਹੁੰਦਾ ਹੈ ਇੰਡੀਆਜ਼ ਅਨਵੇਵਰਿੰਗ ਕਮਿਟਮੈਂਟ ਟੂ ਸਪੋਰਟਿੰਗ ਮਲਟੀਲੈਟਰਲ ਐਫਰਟਸ ਲੈਡ ਬਾਈ ਯੂਨਾਈਟਿਡ ਨੇਸ਼ਨਸ ਦਾ ਗਲੋਬਲ ਫਾਈਟ ਅਗੇਂਸਟ ਸਕਰਜ ਆਫ ਟੈਰਰਿਜ਼ਮ। ਇਹ ਉਹਨਾਂ ਦੀ ਪਰਮਾਨੈਂਟ ਮਿਸ਼ਨ ਦੀ ਸਟੇਟਮੈਂਟ ਹੈ ਕਿ ਜੀ ਦੇਖੋ, ਅਸੀਂ ਤਾਂ ਟੈਰਰਿਜ਼ਮ ਦੇ ਇੰਨੇ ਖਿਲਾਫ ਹਾਂ ਕਿ ਅਸੀਂ $5 ਲੱਖ ਜਿਹੜਾ ਹੈ ਉਹ UN ਨੂੰ ਦੇ ਰਹੇ ਤਾਂ ਕਿ ਉਹ ਕਾਊਂਟਰ ਟੈਰਰਿਜ਼ਮ ਦੇ ਵਿੱਚ ਇਸ ਨੂੰ
ਖਰਚ ਕਰੇ। ਹੁਣ ਇੱਕ ਪਾਸੇ ਤਾਂ ਇਹ ਉਹਨਾਂ ਦਾ ਡੈਮੇਜ ਕੰਟਰੋਲ ਵੀ, ਆਪਣੇ ਇਮੇਜ ਨੂੰ ਸੁਧਾਰਨ ਦਾ ਵੀ, ਔਰ ਇਹ ਇੱਕ ਚੋਰ ਜਿਹੜਾ ਫੜਿਆ ਗਿਆ ਔਰ ਉਹ ਮੰਦਰ ਬਣਵਾਉਣ ਦਾ ਜਿਹੜਾ ਉਹ ਆਪਣਾ ਐਲਾਨ ਕਰਦੇ, ਇਹ ਤਾਂ ਮੈਨੂੰ ਖਬਰ ਇਵੇਂ ਦੀ ਲੱਗੀ। ਪਰ ਜਿਵੇਂ ਹੁਣ ਦੇਖੋ ਕੈਨੇਡਾ ਦੇ ਵਿੱਚ ਬਹੁਤ ਫਰੀडम्स ਨੇ, ਕੱਲੀਆਂ ਸਿਟੀਜ਼ਨਸ ਨੂੰ ਹੀ ਨਹੀਂ, ਜੇ ਤੁਸੀਂ ਉਹਨਾਂ ਦੇ ਸੂਬਿਆਂ ਦਾ ਦੇਖੋ, ਜਿਵੇਂ ਕਿਊਬੈਕ ਹੈ, ਭਾਰਤ ਦੇ ਵਿੱਚ ਤਾਂ ਹਾਲ ਇਹ ਹੈ ਕਿ ਵੀ ਜੇ ਪੰਜਾਬ ਜਾਂ ਹਰਿਆਣਾ ਸਭ ਤੋਂ ਜ਼ਿਆਦਾ ਕਣਕ ਚੌਲ ਉਗਾਉਣ ਵਾਲੇ ਨੇ, ਤੇ ਉਹ ਤਾਂ ਉਹਦੀ ਕੀਮਤ ਵੀ ਤੈਅ ਨਹੀਂ ਕਰ ਸਕਦੇ। ਉਹ ਤਾਂ ਮਿਨੀਮਮ ਸਪੋਰਟ ਪ੍ਰਾਈਸ ਸੈਂਟਰ ਅਲਾਗ ਕਰਦਾ ਤੁਹਾਡੀ, ਯਾਨੀ ਆਪਣੀ ਜ਼ਮੀਨ ਆਪਣੀ ਖੇਤੀ ਦੇ ਉੱਤੇ ਵੀ ਤੁਹਾਡਾ ਜਿਹੜਾ ਕਾਰਖਾਨੇਦਾਰ ਹੈ ਉਹ ਤੈਅ ਕਰਦਾ ਵੀ ਉਹਦੀ ਲਾਗਤ ਇਸ ਚੀਜ਼ ਤੇ ਇੰਨੀ ਆਈ ਹੈ, ਉਹਨੇ ਇੰਨੇ ਦੀ ਵੇਚਣੀ ਹੈ। ਕੈਨੇਡਾ ਦੇ ਵਿੱਚ ਸਟੇਟਾਂ ਨੂੰ, ਕਿਊਬੈਕ ਹੋਏ, ਸਾਸਕੈਚਵਾਨ ਹੋਏ, ਹੋਰ ਜਿਹੜੀਆਂ ਨੇ, ਉਹਨਾਂ ਕੋਲ ਬਹੁਤ ਫਰੀडम्स ਨੇ। ਉਹ ਆਪਣਾ ਇੰਡੀਪੈਂਡੈਂਟ ਉਹਨਾਂ ਦੇ ਟ੍ਰੇਡ ਮਿਸ਼ਨ ਨੇ, ਔਰ ਇੰਡੀਪੈਂਡੈਂਟਲੀ ਉਹ ਜਾ ਕੇ ਉਹਨਾਂ ਨੇ ਮੁਲਕਾਂ ਦੇ ਵਿੱਚ ਆਪਣੇ ਟ੍ਰੇਡ ਆਫਿਸ ਖੋਲ੍ਹੇ ਹੋਏ ਨੇ, ਡਾਇਰੈਕਟ ਟ੍ਰੇਡ ਕਰਦੇ ਨੇ। ਉਹਨਾਂ ਨੂੰ ਹਰ ਚੀਜ਼ ਵਾਇਆ ਫੈਡਰਲ ਸਿਸਟਮ ਦੇ ਜਾਣ ਦੀ ਲੋੜ ਨਹੀਂ। ਹੁਣ ਇਸੇ ਤਰ੍ਹਾਂ ਕਿਉਂਕਿ ਲਿਬਰਲ ਪਾਰਟੀ ਹੈ ਜਸਟਿਨ ਟਰੂਡੋ ਦੀ, ਜਿਹੜੀ ਸੈਸਕੈਚਵਾਨ ਸਟੇਟ ਹੈ, ਉਸ ਦੇ ਵਿੱਚ ਜਿਹੜਾ ਉੱਥੇ ਦਾ ਸਿਸਟਮ ਹੈ ਜਾਂ ਦੂਜਾ, ਉਹ ਲਿਬਰਲ ਜਾਂ ਜਸਟਿਨ ਟਰੂਡੋ ਨਾਲ ਆਈ ਟੂ ਆਈ ਨਹੀਂ ਸੀ ਕਰਦਾ। ਉਹਨਾਂ ਦਾ ਪ੍ਰੀਮੀਅਰ ਹੈ ਸਕਾਟ ਮੋ। ਔਰ ਜਦੋਂ ਇਹ ਕੈਨੇਡਾ ਨੇ ਵੀ ਜਵਾਬੀ ਤੌਰ ਤੇ, ਜਦੋਂ ਇੰਡੀਆ ਨੇ ਉਹਨਾਂ ਦੇ 41 ਜਾਂ 40 ਡਿਪਲੋਮੈਟ ਕੱਢੇ, ਕੈਨੇਡਾ ਨੇ ਵੀ ਕੁਇਡ ਪ੍ਰੋ ਕਿਊ ਕੀਤਾ ਔਰ ਟ੍ਰੇਡ ਮਿਸ਼ਨ ਜਿਹੜਾ ਜਾਣਾ ਸੀ ਕੈਨੇਡਾ ਦਾ ਉਹਨੂੰ ਕੈਂਸਲ ਕਰਤਾ। ਤੇ ਇਹਨੇ ਸਕਾਟ ਮੋ ਨੇ, ਪ੍ਰੀਮੀਅਰ ਨੇ, ਉਦੋਂ ਵੀ ਬਿਆਨ ਦਿੱਤਾ ਸੀ ਕਿ ਜੀ ਟਰੂਡੋ ਨੇ ਇਹ ਫੈਸਲਾ ਲੈ ਲਿਆ, ਸਾਨੂੰ ਤਾਂ ਪੁੱਛਿਆ ਨਹੀਂ ਹੈ ਸੈਸਕੈਚਵਾਨ ਵਾਲਿਆਂ ਨੂੰ। ਹੁਣ ਸੈਸਕੈਚਵਾਨ ਉਹ ਸੂਬਾ ਹੈ ਜਿੱਥੇ ਕਿ ਖੇਤੀਬਾੜੀ ਪ੍ਰਧਾਨ ਹੈ ਕੁਝ ਚੀਜ਼ਾਂ, ਔਰ ਜਿਹੜੀ ਇੰਡੀਆ ਦੇ ਨਾਲ ਟ੍ਰੇਡ ਹੈ, ਇੰਡੀਆ ਨੂੰ ਬਹੁਤ ਵੱਡੀ ਮਾਤਰਾ 'ਚ ਦਾਲਾਂ ਜਾਂਦੀਆਂ ਨੇ, ਲੈਂਟਲਸ ਕੈਨੇਡਾ ਦੀਆਂ, ਔਰ ਲਗਭਗ 25% ਜਿਹੜੀ ਟ੍ਰੇਡ ਹੈ ਉਹ ਜਿਹੜਾ ਸਟੱਫ ਹੈ ਜਿਹੜਾ ਭਾਰਤ ਨੂੰ ਜਾਂਦਾ ਉਹ ਸੈਸਕੈਚਵਾਨ 'ਚੋਂ ਜਾਂਦਾ। ਔਰ ਇਸ ਸਾਰੇ ਦੇ ਚੱਲਦਿਆਂ ਕਿਉਂਕਿ ਇੰਡੀਆ ਨੇ ਦੇਖਿਆ ਕਿ ਵੀ ਇਹ ਜਿਹੜਾ ਉਹਨਾਂ ਦਾ ਪ੍ਰੀਮੀਅਰ ਸਕਾਟ ਮੋ ਹੈ, ਇਹ ਜਸਟਿਨ ਟਰੂਡੋ ਦੇ ਜਿਹੜਾ ਇਹ ਤਾਂ ਖਿਲਾਫ ਹੈ, ਔਰ ਉਹ ਇੰਡੀਪੈਂਡੈਂਟ ਆਪਣਾ ਟ੍ਰੇਡ ਵੀ ਕਰਦੇ ਨੇ, ਔਰ ਇਹਦੇ ਬਾਵਜੂਦ ਕਿ ਟ੍ਰੇਡ ਮਿਸ਼ਨ ਨੂੰ ਹਾਲਟ ਕੀਤਾ, ਉਹ ਟ੍ਰੇਡ ਉਹਨਾਂ ਦਾ ਜਾਰੀ ਹੈ ਕਿਉਂਕਿ ਕੈਨੇਡਾ 'ਚ ਇੰਨੀ ਫਰੀडम ਹੈ ਸੂਬਿਆਂ ਨੂੰ ਵੀ। ਔਰ ਮਾਰਚ ਦੇ ਮਹੀਨੇ 'ਚ ਇਹ ਸਕਾਟ ਮੋ ਫਿਰ ਇੱਕ ਡੈਲੀਗੇਸ਼ਨ ਲੈ ਕੇ ਗਿਆ। ਉਹਨੇ ਕਿਹਾ ਜੀ ਇਹ ਜਿਹੜਾ ਤੁਸੀਂ ਡਿਪਲੋਮੈਟਿਕ ਕ੍ਰੈਡੀਟੇਸ਼ਨ ਕੈਂਸਲ ਕੀਤੀ ਹੈ, ਸਾਡੀ ਕਿਉਂ ਕੀਤੀ ਹੈ? ਅਸੀਂ ਤਾਂ ਤੁਹਾਡੇ ਨਾਲ ਬੜੀ ਦੋਸਤੀ ਰੱਖਦੇ ਹਾਂ, ਇਹਨੂੰ ਰੀਸਟੋਰ ਕੀਤਾ ਜਾਏ। ਔਰ ਅਸੀਂ ਤਾਂ ਇਸ ਮਾਰਚ ਦੇ ਆਪਣੀ ਵਿਜ਼ਿਟ ਵੇਲੇ ਇਹ ਮਿਸਟਰ ਸਕਾਟ ਮੋ ਐਸ ਜੈਸ਼ੰਕਰ ਨੂੰ ਵੀ ਮਿਲਿਆ, ਔਰ ਉਹਨਾਂ ਦੇ ਜਿਹੜਾ ਦੂਸਰੇ ਮਿਨਿਸਟਰ ਪਿਊਸ਼ ਗੋਇਲ ਨੂੰ ਵੀ ਮਿਲਿਆ। ਹੁਣ ਅੱਜ ਜਿਹੜੀ ਖਬਰ ਇਹਨਾਂ ਦੇ ਮੀਡੀਆ ਨੇ ਲਾਈ ਹੈ, ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਕੈਨੇਡਾ ਦੇ ਵਿੱਚ ਡਰਟੀ ਗੇਮ ਖੇਡ ਰਹੇ ਨੇ। ਟ੍ਰਿਬਿਊਨ ਦੀ ਨਿਊਜ਼ ਹੈ, ਇੰਡੀਆ ਰੀਸਟੋਰਸ ਡਿਪਲੋਮੈਟਿਕ ਵੀਜ਼ਾ ਫਾਰ ਕੈਨੇਡੀਅਨ PM ਜਸਟਿਨ ਟਰੂਡੋਜ਼ ਪੋਲੀਟੀਕਲ ਰਾਈਵਲ। ਕਿ ਜਸਟਿਨ ਟਰੂਡੋ ਦਾ ਜਿਹੜਾ ਸਿਆਸੀ ਮੁਖਾਲਫ ਹੈ, ਸਿਆਸੀ ਵਿਰੋਧੀ ਹੈ, ਉਸ ਦਾ ਡਿਪਲੋਮੈਟਿਕ ਵੀਜ਼ਾ ਜਿਹੜਾ 41 ਵੀਜ਼ਿਆਂ ਦੇ ਵਿੱਚ ਕੈਂਸਲ ਕੀਤਾ ਗਿਆ ਸੀ, ਉਹਨੂੰ ਉਹਨਾਂ ਨੇ ਬਹਾਲ ਕਰ ਦਿੱਤਾ ਹੈ। ਸਸਕੈਚੁਅਨ ਹੈਜ਼ ਅਨਾਉਂਸਡ that Indian government has formally approved full diplomatic accreditation for province managing director of India office। ਕਿ ਜਿਹੜਾ ਇੰਡੀਆ ਆਫਿਸ ਸਸਕੈਚੁਆਨ ਨੇ ਖੋਲ੍ਹਿਆ ਹੋਇਆ, ਉਹਨਾਂ ਨੇ ਕਿਹਾ ਜੀ ਤੁਸੀਂ ਤੁਹਾਡਾ ਫੁੱਲ ਫਲੈਜਡ ਡਿਪਲੋਮੈਟਿਕ ਸਟੇਟਸ ਹੈ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਇਹ ਹੁਣ ਕਿਸ ਹੱਦ ਤੱਕ ਇਹ ਇੰਟਰਫੀਅਰੈਂਸ ਇਹ ਨਹੀਂ ਹੈ ਵੀ ਆਲ ਆਫ ਅ ਸਡਨ ਸ਼ੁਰੂ ਹੋਈ। ਜੇ ਹੁਣ ਇਨਕੁਆਰੀ 'ਚ ਸਾਹਮਣੇ ਆਇਆ ਕਿ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵੇਲੇ ਇੰਡੀਆ ਨੇ ਕੰਜ਼ਰਵੇਟਿਵ ਪਾਰਟੀ ਦੀ ਈਵਨ ਪਾਰਟੀ ਲੀਡਰਸ਼ਿਪ ਦੇ ਵਿੱਚ ਵੀ ਜਿਹੜਾ ਉਹ ਇੰਟਰਫੀਅਰ ਕੀਤਾ ਸੀ। ਸੋ ਹੁਣ ਇਸ ਹੱਦ ਤੱਕ ਪਹੁੰਚ ਗਏ ਨੇ ਕਿ ਸੈਸਕੈਚੁਆਨ ਨੂੰ ਇਹ ਇੱਕ ਅੱਡ ਦੇਸ਼ ਵਾਂਗ ਕਿ ਬਈ ਬਾਕੀ 39 ਦੇ ਵੀਜ਼ੇ ਅਸੀਂ ਰੀਸਟੋਰ ਨਹੀਂ ਕਰਨੇ, ਸੈਸਕੈਚੁਆਨ ਦੇ ਕਰਨੇ ਨੇ। ਸੋ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ ਕਿ ਕਿਸ ਕਿਸਮ ਦੀ ਡਰਟੀ ਗੇਮ ਇੰਡੀਅਨਸ ਖੇਡ ਰਹੇ ਨੇ। ਬਿਲਕੁਲ ਜੀ, ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।